ਸਿਆਣਾ ਵਕਤਾ ਉਸ ਦੀ ਸਮਝ ਨੂੰ ਆਪ ਸਮਝਦਾ ਹੈ। ਉਹਨਾਂ ਨੂੰ ਸਰੋਤੇ ਨੂੰ ਸਮਝਾਉਣਾ ਆਉਂਦਾ ਸੀ। ਨੰਬਰ 11, ਅਹੰਕਾਰ ਤੋਂ ਬਿਨਾਂ। ਮਸਕੀਨ ਜੀ ਤੇ ਅਕਾਲ ਪੁਰਖ ਦੀ ਕਿਰਪਾ ਸੀ। ਉਹ ਹਉਮੈ ਰਹਿਤ ਸਨ। ਕਦੀ ਅਹੰਕਾਰ ਦੀ ਗੱਲ ਉਹਨਾਂ ਦੇ ਮੂੰਹੋਂ ਨਹੀਂ ਸੁਣੀ। ਇੱਕ ਵਾਰ ਮੈਂ ਉਹਨਾਂ ਦੇ ਕੁਝ ਚੰਗੇ ਕੰਮਾਂ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਗੁਰਬਾਣੀ ਦੀ ਇੱਕ ਪੰਕਤੀ ਪੜ੍ਹ ਕੇ ਸੁਣਾਈ। ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲੀਆ ਮੋਹੇ ਪਾਪੀ ਪੜਦਾ। ਹਉਮੈ ਅੰਦਰ ਹੋਵੇ ਤਾਂ ਕਦੀ ਨਾ ਕਦੀ ਜ਼ੁਬਾਨ ਤੋਂ ਬਾਹਰ ਆ ਹੀ ਜਾਂਦੀ ਹੈ, ਪਰ ਉਹਨਾਂ ਦੀ ਜ਼ੁਬਾਨ ਤੋਂ ਹਉਮੈ ਦੀ ਗੱਲ ਕਦੀ ਵੀ ਨਹੀਂ ਸੁਣੀ। ਉਹ ਅਹੰਕਾਰ ਮੁਕਤ ਸਨ। ਸਾਰੀ ਉਮਰ ਉਹ ਨਿਮਰਤਾ ਵਿੱਚ ਰਹੇ, ਕਿਉਂਕਿ ਉਹਨਾਂ ਦੇ ਅੰਦਰ ਨਾਮ ਦੀ ਕਣੀ ਸੀ। ਹਉਮੈ ਲਈ ਅੰਦਰ ਕੋਈ ਥਾਂ ਹੈ ਹੀ ਨਹੀਂ ਸੀ। ਉਹਨਾਂ ਨੇ ਆਪਣੀ ਜੀਵਨ ਯਾਤਰਾ ਕਰਤਾਰ ਦੇ ਆਸਰੇ ਸਫਲ ਕੀਤੀ। ਉਹ ਨਿਰਹੰਕਾਰ ਸਨ। ਨੰਬਰ 12, ਸੰਤੋਖੀ। ਇਹ ਸ਼ਬਦ ਮਸਕੀਨ ਜੀ ਦੇ ਮੂੰਹੋਂ ਕਈ ਵਾਰ ਸੁਣੇ ਸਨ। ਜਦ ਕਿਸੇ ਪ੍ਰਬੰਧਕ ਨੇ ਪੁੱਛਣਾ ਕਿ ਪ੍ਰਬੰਧ ਠੀਕ ਹੈ, ਤੁਹਾਡੇ ਰਹਿਣ ਦੀ ਰਿਹਾਇਸ਼ ਠੀਕ ਹੈ, ਤਾਂ ਉਹਨਾਂ ਕਹਿਣਾ, ਜੋ ਹੈ ਜੈਸਾ ਹੈ ਪ੍ਰਵਾਨ ਹੈ। ਉਹਨਾਂ ਦੇ ਸਮੁੱਚੇ ਜੀਵਨ ਨੂੰ ਵੇਖੀਏ ਤਾਂ ਜਿਹੜਾ ਦਿਨ ਵੀ ਉਹਨਾਂ ਨੇ ਜੀਵਿਆ, ਉਹਨਾਂ ਕਦੀ ਵੀ ਨਹੀਂ ਕਿਹਾ ਕਿ ਐਸਾ ਨਹੀਂ, ਐਸਾ ਹੋਣਾ ਚਾਹੀਦਾ ਹੈ। ਜੋ ਹੈ ਜੈਸਾ ਹੈ ਪ੍ਰਵਾਨ ਹੈ। ਇਸ ਧਾਰਨਾ ਨਾਲ ਉਹ ਜੀਵੇ ਅਤੇ ਇਸੇ ਧਾਰਨਾ ਦਾ ਨਾਂ ਹੀ ਤ੍ਰਿਪਤੀ ਹੈ। ਅਕਾਲ ਪੁਰਖ ਨੇ ਉਹਨਾਂ ਨੂੰ ਸੰਤੋਖੀ ਜੀਵਨ ਬਖਸ਼ਿਆ ਸੀ। ਨੰਬਰ 13, ਧਰਮ ਵਿੱਚ ਪੱਕੇ ਹੋਣਾ। ਸਿੱਖੀ ਗੁਰੂ ਦੀ ਮੱਤ, ਸਿੱਖ ਧਰਮ ਉਹਨਾਂ ਦੇ ਮਨ ਵਿੱਚ ਵਸਿਆ ਹੋਇਆ ਸੀ। ਉਹ ਆਪ ਇਸ ਉੱਤੇ ਦ੍ਰਿੜ ਸਨ ਅਤੇ ਸਾਰੀ ਉਮਰ ਹਰ ਇੱਕ ਨੂੰ ਸਿੱਖੀ ਦ੍ਰਿੜ ਕਰਾਉਂਦੇ ਰਹੇ। ਅਕਸਰ ਉਹ ਕਹਿੰਦੇ ਰਹਿੰਦੇ ਸਨ ਕਿ ਹਰ ਸੰਸਥਾ ਦੀ ਕੁਝ ਆਪਣੀ ਮਰਿਆਦਾ ਹੈ, ਹਰ ਡੇਰੇ ਦੀ ਕੁਝ ਆਪਣੀ ਮਰਿਆਦਾ ਹੁੰਦੀ ਹੈ। ਹਰ ਇੱਕ ਨੂੰ ਮੁਬਾਰਕ ਹੋਵੇ, ਪਰ ਸਮੁੱਚੇ ਪੰਥ ਦੀ ਮਰਿਆਦਾ ਇਹੀ ਹੈ ਜੋ ਪੰਥ ਪ੍ਰਵਾਨਿਤ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ। ਇਸੇ ਨੂੰ ਆਧਾਰ ਬਣਾ ਕੇ ਉਹ ਜੀਵੇ ਤੇ ਆਖਰੀ ਦਮ ਤੱਕ ਇਸੇ ਮਰਿਆਦਾ ਨੂੰ ਉਹਨਾਂ ਨੇ ਪ੍ਰਚਾਰਿਆ ਹੈ। ਨੰਬਰ 14, ਜੋ ਹੋਰਨਾਂ ਨੂੰ ਸੁਣਾਉਂਦਾ ਹੈ ਉਸ ਤੇ ਆਪ ਅਮਲ ਕਰਨ ਵਾਲਾ। ਇੱਕ ਪੰਕਤੀ ਉਹਨਾਂ ਦੀ ਰਸਨਾ ਤੇ ਹਰ ਕਥਾ ਵਿੱਚ ਆਮ ਆਉਂਦੀ ਸੀ। ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ, ਪਾਛੇ ਅਵਰ ਰਿਝਾਵੈ। ਕਬੀਰ ਸਾਹਿਬ ਜੀ ਦਾ ਵੀ ਇਹ ਸ਼ਲੋਕ ਪੜ੍ਹਦੇ ਸਨ। ਕਬੀਰ ਅਵਰਹਿ ਕੋ ਉਪਦੇਸ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਇੱਕ ਵਾਰ ਉਹਨਾਂ ਨੇ ਕਿਹਾ ਸੀ, ਜਿਸ ਪ੍ਰਚਾਰਕ ਨੇ ਆਪ ਨਹੀਂ ਕਮਾਉਣਾ, ਉਸ ਨੂੰ ਰੋਟੀ ਲਈ ਕੋਈ ਹੋਰ ਧੰਦਾ ਕਰ ਲੈਣਾ ਚਾਹੀਦਾ ਹੈ। ਪ੍ਰਚਾਰਕ ਦਾ ਮੁੱਖ ਨਿਸ਼ਾਨਾ ਧਰਮ ਪ੍ਰਚਾਰ ਹੀ ਚਾਹੀਦਾ ਹੈ। ਉਸ ਦਾ ਆਖਿਆ ਤਾਂ ਹੀ ਸਦਾ ਅਸਰਦਾਇਕ ਰਹੇਗਾ ਜੇ ਉਸ ਦੇ ਜੀਵਨ ਵਿੱਚੋਂ ਧਰਮ ਅਤੇ ਸਦਾਚਾਰ ਦੀ ਸੁਗੰਧ ਆਉਂਦੀ ਰਹੇ। ਜਿੱਥੇ ਉਹਨਾਂ ਵਿੱਚ ਵਕਤੇ ਵਾਲੇ ਸਾਰੇ ਗੁਣ ਮੌਜੂਦ ਸਨ, ਉੱਥੇ ਉਹਨਾਂ ਦੇ ਜੀਵਨ ਵਿੱਚ ਸਰੋਤੇ ਵਾਲੇ ਵੀ ਸਾਰੇ ਗੁਣ ਮੌਜੂਦ ਸਨ। ਨਹੀਂ ਤਾਂ ਆਮ ਕਰਕੇ ਵਕਤੇ ਸਰੋਤੇ ਵੀ ਹੋਣ, ਇਹ ਬਹੁਤ ਘੱਟ ਹੁੰਦਾ ਹੈ। ਉਹ ਹਰ ਇੱਕ ਨੂੰ ਸੁਣਦੇ ਸਨ, ਮਾਮੂਲੀ ਵਕਤੇ ਨੂੰ ਵੀ ਸੁਣਦੇ ਸਨ, ਮਹਾਨ ਵਿਦਵਾਨ ਨੂੰ ਵੀ ਸੁਣਦੇ ਸਨ। ਉਹ ਕੀਰਤਨ ਬੜਾ ਜੁੜ ਕੇ ਸੁਣਦੇ ਸਨ। ਕੀਰਤਨੀਆਂ ਅਤੇ ਵਕਤਿਆਂ ਨੂੰ ਪਿਆਰ ਵੀ ਕਰਦੇ ਸਨ। ਉਹ ਢਾਡੀਆਂ ਨੂੰ ਵੀ ਬੜੇ ਪਿਆਰ ਨਾਲ ਸੁਣਦੇ ਸਨ। ਉਹਨਾਂ ਦਾ ਕਵੀਆਂ ਨੂੰ ਪਿਆਰ ਹੁਲਾਰਾ ਮਿਲਦਾ ਰਿਹਾ। ਉਹ ਬੜੇ ਚਾਅ ਨਾਲ ਕਵੀਆਂ ਨੂੰ ਸੁਣਦੇ ਅਤੇ ਦਾਦ ਵੀ ਦਿੰਦੇ ਸਨ। ਉਹਨਾਂ ਦੇ ਨਾਲ ਵੀ ਚੰਗੇ ਚੰਗੇ ਕਵੀ ਰਹਿੰਦੇ ਸਨ। ਉਹ ਖੁਦ ਕਥਾਵਾਚਕ ਹੁੰਦਿਆਂ ਮਹਾਨ ਕਵੀ ਵੀ ਸਨ। ਸੰਨ 1966 ਵਿੱਚ ਮੈਨੂੰ ਮਸਕੀਨ ਜੀ ਪਹਿਲੀ ਵਾਰ ਜੰਮੂ ਮਿਲੇ ਸਨ। ਸ੍ਰੀ ਗੁਰੂ ਸਿੰਘ ਸਭਾ ਵਿਖੇ ਕਥਾ ਕਰ ਰਹੇ ਸਨ। ਜਪਜੀ ਸਾਹਿਬ ਦੀ ਵਿਆਖਿਆ ਕਰ ਰਹੇ ਸਨ। ਜਿਸ ਦਿਨ ਮੈਂ ਸੁਣਿਆ, ਉਸ ਦਿਨ ਪੰਚ ਪ੍ਰਵਾਨ ਪੰਚ ਪ੍ਰਧਾਨ ਪੌੜੀ ਦੀ ਉਹਨਾਂ ਵਿਆਖਿਆ ਕੀਤੀ। ਬੜਾ ਨਵੀਨ ਢੰਗ ਸੀ। ਸੰਗਤਾਂ ਬਹੁਤ ਪ੍ਰਭਾਵਿਤ ਹੋ ਰਹੀਆਂ ਸਨ। ਬੋਲਣ ਵਿੱਚ ਬੜਾ ਟਕਾ ਸੀ। ਪ੍ਰਮਾਣ ਬੜੇ ਹੀ ਢੁਕਵੇਂ ਸਨ। ਮਨ ਨੂੰ ਬੜਾ ਚੰਗਾ ਲੱਗਿਆ। ਫਿਰ ਕਈ ਸਾਲਾਂ ਬਾਅਦ ਲੁਧਿਆਣੇ ਕਲਗੀਧਰ ਗੁਰਦੁਆਰੇ ਮੇਲ ਹੋਇਆ। ਸੰਨ 1969 ਵਿੱਚ ਮੰਜੀ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕਥਾ ਕਰ ਰਹੇ ਸਨ ਤਾਂ ਮਿਲੇ। ਉਸ ਤੋਂ ਬਾਅਦ ਹਰ ਸੰਸਥਾ ਨੇ ਉਹਨਾਂ ਕੋਲੋਂ ਸਮਾਂ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪਟਨਾ ਸਾਹਿਬ ਵਾਲਿਆਂ,
ਹਜ਼ੂਰ ਸਾਹਿਬ ਵਾਲਿਆਂ ਦੇਸ਼ ਦੇ ਕੋਨੇ-ਕੋਨੇ ਵਿੱਚ ਪ੍ਰਸਿੱਧੀ ਹੋ ਗਈ। ਥਾਈਲੈਂਡ, ਸਿੰਗਾਪੁਰ, ਮਲੇਸ਼ੀਆ ਗਏ, ਫਿਰ ਇੰਗਲੈਂਡ, ਕੈਨੇਡਾ ਮਿਲੇ। ਇੰਜ ਗਾਹੇ ਬਗਾਹੇ ਮੇਲ ਮਿਲਾਪ ਹੁੰਦਾ ਰਿਹਾ। ਘੱਟੋ ਘੱਟ 5 ਕੁ ਵਾਰ ਮੈਂ ਅਲਵਰ ਗੁਰਮਤਿ ਸਮਾਗਮ ਤੇ ਵੀ ਗਿਆ ਹਾਂ। ਆਖਰੀ ਪ੍ਰੋਗਰਾਮ ਨਿਊਯਾਰਕ ਵਿੱਚ ਜੂਨ 2004 ਸਾਡੇ ਮੇਲ ਮਿਲਾਪ ਦਾ ਬਣਿਆ। ਮਸਕੀਨ ਜੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਵਿੱਚ ਕਥਾ ਕਰ ਰਹੇ ਸਨ। ਦਾਸ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਗਲੀ 118 ਰਿਚਮੰਡ ਹਿੱਲ ਕਥਾ ਕਰਦਾ ਸੀ। ਵਿਚਕਾਰ 3 ਗਲੀਆਂ ਦਾ ਫਾਸਲਾ ਸੀ। ਪੈਦਲ ਤੁਰਨ ਦਾ ਮਸਾਂ 5 ਮਿੰਟ ਦਾ ਰਸਤਾ ਸੀ। ਦਿਨੇ ਇਕੱਠੇ ਬੈਠਣ ਦਾ ਸਮਾਂ ਮਿਲ ਜਾਂਦਾ ਸੀ। ਫਿਰ ਆਖਰੀ ਦਰਸ਼ਨ ਆਪਣੇ ਹੀ ਘਰ ਜਲੰਧਰ ਦੇ ਸਾਹਮਣੇ ਹੋਣ ਦਾ ਸਬੱਬ ਬਣਿਆ। ਗੁਰੂ ਤੇਗ ਬਹਾਦਰ ਨਗਰ ਜਲੰਧਰ ਦੀਵਾਨ ਸਜਿਆ ਸੀ। ਆਪ ਜੀ ਨੇ ਰਾਤ 10:30 ਦੇ ਕਰੀਬ ਕਥਾ ਸ਼ੁਰੂ ਕੀਤੀ ਤੇ 1 ਘੰਟਾ ਕਥਾ ਕੀਤੀ। ਮੈਂ ਤੁਰਨ ਲੱਗਿਆ ਬੇਨਤੀ ਕੀਤੀ ਕਿ ਆਓ ਘਰ ਚੱਲੀਏ। ਕਹਿਣ ਲੱਗੇ, ਸਵੇਰੇ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕਥਾ ਕਰਨੀ ਹੈ, ਰਾਤ ਹੈ, ਸਫ਼ਰ ਵੀ ਹੈ, ਘੰਟਾ 1.5 ਘੰਟਾ ਅੰਮ੍ਰਿਤਸਰ ਜਾਂਦਿਆਂ ਲੱਗੇਗਾ। ਮੈਂ ਬੇਨਤੀ ਕੀਤੀ ਕਿ ਆਪ ਜੀ ਫਿਰ 1 ਮਿੰਟ ਵੀ ਨਾ ਅਟਕੋ। ਤੁਸੀਂ 1 ਵਜੇ ਪੁੱਜ ਕੇ ਕਦੋਂ ਆਰਾਮ ਕਰੋਗੇ ਤੇ ਫਿਰ ਸਵੇਰੇ ਉੱਠ ਕੇ ਕਥਾ ਵੀ ਕਰਨੀ ਹੈ। ਇਹ ਗੱਲ ਨਵੰਬਰ ਸਨ 2004 ਦੀ ਹੈ। ਤੁਰਦਿਆਂ ਕਹਿਣ ਲੱਗੇ, ਸਮਾਗਮ ਤੇ ਅਲਵਰ ਜ਼ਰੂਰ ਪੁੱਜਣਾ ਹੈ, ਨਹੀਂ ਤਾਂ ਗੈਰ ਹਾਜ਼ਰੀ ਲੱਗ ਜਾਵੇਗੀ। ਮੈਂ ਮਹਿਸੂਸ ਕਰ ਰਿਹਾ ਸਾਂ ਕਿ ਕਿੰਨੇ ਅਪਣੱਤ ਤੇ ਪਿਆਰ ਨਾਲ ਇਹਨਾਂ ਇਹ ਗੱਲ ਕਹੀ ਹੈ। ਅਲਵਰ ਮੈਂ ਗਿਆ ਸਾਂ, ਸਭ ਕੁਝ ਸੀ, ਪਰ ਸਰੀਰ ਕਰਕੇ ਮਸਕੀਨ ਜੀ ਨਹੀਂ ਦਿਸੇ। ਮਨ ਵਿੱਚੋਂ ਇੱਕ ਹੂਕ ਨਿਕਲੀ ਕਿ ਸਾਡੀਆਂ ਗੈਰ ਹਾਜ਼ਰੀਆਂ ਲਾਉਣ ਵਾਲੇ ਮਹਾਂਪੁਰਸ਼ੋ, ਤੁਹਾਡੀਆਂ ਹੁਣ ਗੈਰ ਹਾਜ਼ਰੀਆਂ ਕੌਣ ਲਾਵੇ। ਮਸਕੀਨ ਜੀ ਦੀ ਧਰਮ ਪ੍ਰਚਾਰ ਦੀ ਲਗਨ ਅਨੋਖੀ ਸੀ। ਇੱਕ ਸਮਾਗਮ ਤੋਂ ਦੂਜੇ ਥਾਂ ਪੁੱਜਣ ਦਾ ਪਹਿਲਾਂ ਹੀ ਪ੍ਰਬੰਧ ਕਰ ਛੱਡਣਾ। ਮਨ ਵਿੱਚ ਇੱਕੋ ਹੀ ਫਿਕਰ ਕਿ ਇਹ ਸਮਾਗਮ ਇੱਥੇ ਹੈ, ਇੱਥੋਂ ਫਿਰ ਅੱਗੇ ਪੁੱਜਣਾ ਹੈ। ਉਹ ਘਰ ਬੈਠੇ ਵੀ ਘਰ ਨਹੀਂ ਸਨ ਹੁੰਦੇ। ਘਰ ਜੇ ਕਿਸੇ ਦਾ ਮੇਲ ਹੁੰਦਾ ਸੀ ਤਾਂ ਸਿਰਫ ਅਲਵਰ ਦੇ ਗੁਰਮਤਿ ਸਮਾਗਮ ਦੇ ਸਮੇਂ ਮਾਰਚ ਮਹੀਨੇ ਦੇ ਆਰੰਭਲੇ 4 ਕੁ ਦਿਨਾਂ ਵਿੱਚ ਹੀ ਹੁੰਦਾ ਸੀ। ਉਹ ਅਲਵਰ ਸਕੂਲ ਦੇ ਪ੍ਰਧਾਨ ਵੀ ਸਨ। ਪ੍ਰਧਾਨਗੀ ਪਦ ਲਈ ਅਸੀਂ ਵੇਖਦੇ ਹਾਂ ਕਿ ਕੀ ਨਹੀਂ ਹੁੰਦਾ, ਪਰ ਉਹਨਾਂ ਨੇ ਜਿਵੇਂ ਸਕੂਲ ਚਲਾਇਆ ਉਸ ਦਾ ਪ੍ਰਭਾਵ ਸਭ ਦੇ ਸਾਹਮਣੇ ਹੈ। ਇੱਕ ਪ੍ਰੇਮੀ ਦਾ ਨਾਂ ਲੈ ਦੇਣ ਕਿ ਸਾਰੇ ਬੱਚਿਆਂ ਦੀਆਂ ਵਰਦੀਆਂ ਦੇਣਗੇ। ਇੱਕ ਵਾਰ ਬੱਸ ਦੀ ਜ਼ਰੂਰਤ ਸੀ। ਥੋੜੇ ਪੈਸੇ ਇਕੱਠੇ ਕਰਕੇ ਸਕੂਲ ਬੱਸ ਲੈਣੀ ਸੀ, ਪਰ ਅਲਵਰ ਸਮਾਗਮ ਤੇ ਇੱਕ ਹੀ ਪ੍ਰੇਮੀ ਨੇ ਕਹਿ ਦਿੱਤਾ ਕਿ ਇਹ ਸੇਵਾ ਮੈਂ ਕਰਾਂਗਾ, ਇਸ ਦੀ ਚਿੰਤਾ ਨਾ ਕਰੋ, ਬੱਸ ਮੈਂ ਭੇਜ ਦਿਆਂਗਾ। ਉਹਨਾਂ ਨੂੰ ਉਸਾਰੀਆਂ ਕਰਨ ਦਾ ਵੀ ਬਹੁਤ ਸ਼ੌਕ ਸੀ। ਮੱਧ ਪ੍ਰਦੇਸ਼ ਦੇ ਅੰਦਰ ਭਾਰਤ ਵਿੱਚ ਓਮਕਾਰੇਸ਼ਵਰ, ਜੋ ਇੰਦੌਰ ਦੇ ਨਜ਼ਦੀਕ ਹੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਅਸਥਾਨ ਹੈ, ਉੱਥੇ ਗੁਰੂ ਨਾਨਕ ਦੇਵ ਜੀ ਨੇ ਰਾਮਕਲੀ ਦੱਖਣੀ ਅੰਦਰ ਓਅੰਕਾਰ ਬਾਣੀ ਉਚਾਰਨ ਕੀਤੀ। ਇੱਥੇ ਆ ਕੇ ਮਸਕੀਨ ਜੀ ਨੇ ਸੰਕਲਪ ਕੀਤਾ ਕਿ ਇੱਥੇ ਗੁਰਦੁਆਰਾ ਬਣਨਾ ਚਾਹੀਦਾ ਹੈ। ਉਹ ਸੰਕਲਪ ਸਤਿਗੁਰੂ ਜੀ ਦੀ ਮਿਹਰ ਨਾਲ ਤੇ ਸੰਗਤਾਂ ਦੇ ਸਹਿਯੋਗ ਨਾਲ ਸਿਰੇ ਚੜ੍ਹਿਆ। ਉੱਥੇ ਹਰ ਸਾਲ ਮਸਕੀਨ ਜੀ ਗੁਰਮਤਿ ਸਮਾਗਮ ਕਰਦੇ ਤੇ ਦੂਰੋਂ ਸੰਗਤਾਂ ਪੁੱਜਦੀਆਂ। ਇੰਦੌਰ ਵਿੱਚ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ ਵਿਖੇ 3 ਦਿਨਾਂ ਦੀ ਕਥਾ ਦੀ ਸਾਰੀ ਮਾਇਆ ਆਪ ਜੀ ਗੁਰਦੁਆਰਾ ਓਅੰਕਾਰੇਸ਼ਵਰ ਵਿਖੇ ਗੁਰਮਤਿ ਸਮਾਗਮ ਦੌਰਾਨ ਰਾਗੀ ਪ੍ਰਚਾਰਕਾਂ ਵਿੱਚ ਵੰਡਦੇ ਰਹੇ। ਚੰਗੇ ਪ੍ਰਚਾਰਕ ਕੌਮ ਨੂੰ ਦੇਣੇ, ਇਹ ਉਹਨਾਂ ਦੀ ਮਹਾਨ ਦੇਣ ਹੈ। ਉਹ ਪ੍ਰਚਾਰਕਾਂ ਵਾਸਤੇ ਇੱਕ ਮਾਰਗ ਬਣਾ ਗਏ ਹਨ। ਇੱਕ ਨਮੂਨੇ ਦਾ ਜੀਵਨ ਜੀ ਕੇ ਉਹਨਾਂ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਸਿੱਖ ਪ੍ਰਚਾਰਕ ਐਸਾ ਹੋਣਾ ਚਾਹੀਦਾ ਹੈ। ਅੰਤ ਵਿੱਚ ਇਹੀ ਕਹਾਂਗਾ ਕਿ ਗੁਣ ਉਹਨਾਂ ਵਿੱਚ ਸਾਰੇ ਹੀ ਸਨ ਅਤੇ ਅਵਗੁਣ ਉਹਨਾਂ ਵਿੱਚ ਕਦੀ ਵੇਖਣ ਨੂੰ ਨਹੀਂ ਮਿਲਿਆ। ਇਹ ਕਹਾਂ ਕਿ ਸਿੱਖ ਪ੍ਰਚਾਰਕ ਦੇ ਰੂਪ ਵਿੱਚ ਮਸਕੀਨ ਜੀ ਇੱਕ ਗਿਆਨ, ਪ੍ਰੇਮ ਤੇ ਰਹਿਮਤ ਦੀ ਬਰਸਾਤ ਸਨ, ਜੋ ਬਿਨਾਂ ਵਿਤਕਰੇ ਦੇ ਇਸ ਜਗਤ ਵਿੱਚ ਵਰਸੀ ਤੇ ਸਭ ਨੂੰ ਬਰਾਬਰ ਸਰਸਬਜ਼ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ